ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 6 ਦ ਓਲਡ ਸੇਜ ਐਂਡ ਦ ਬ੍ਰਦਰਸ ਦੀ ਐਕਸਰਸਾਈਜ਼। ਤੇ ਉਸ ਐਕਸਰਸਾਈਜ਼ ਦੇ ਵਿੱਚ ਜੋ ਗ੍ਰਾਮਰ ਦਾ ਪਾਰਟ ਹੈ ਉਹਦੇ ਵਿੱਚ ਅਸੀਂ ਅੱਜ ਕਰਨ ਜਾ ਰਹੇ ਹਾਂ ਵਰਬਸ। ਸੋ ਵਰਬਸ ਦੋ ਤਰ੍ਹਾਂ ਦੇ ਹੁੰਦੇ ਹਨ। ਦੇयर ਆਰ ਟੂ ਫਾਰਮਸ ਆਫ ਮੇਨ ਵਰਬਸ ਇਨ ਇੰਗਲਿਸ਼। ਸੋ ਜਿਹੜੇ ਮੇਨ ਵਰਬਸ ਹੁੰਦੇ ਹਨ ਉਹ ਦੋ ਤਰ੍ਹਾਂ ਦੇ ਹੁੰਦੇ ਹਨ। ਦੇयर ਆਰ ਟੂ ਫਾਰਮਸ ਆਫ ਮੇਨ ਵਰਬਸ ਇਨ ਇੰਗਲਿਸ਼। ਕਿਹੜੇ ਕਿਹੜੇ? ਫਸਟ ਹੈ ਦ ਫਾਈਨਾਈਟ ਵਰਬਸ, ਦੂਸਰਾ ਹੈ ਦ ਨੋਨ ਫਾਈਨਾਈਟ ਵਰਬਸ। ਹੁਣ ਆਪਾਂ ਦੇਖਦੇ ਹਾਂ ਫਾਈਨਾਈਟ ਕਿਹੜੇ ਹੁੰਦੇ ਹਨ ਤੇ ਨੋਨ ਫਾਈਨਾਈਟ ਕਿਹੜੇ ਹੁੰਦੇ ਹਨ। ਸਭ ਤੋਂ ਪਹਿਲਾਂ ਫਾਈਨਾਈਟ ਦੇਖਦੇ ਹਾਂ। ਫਾਈਨਾਈਟ ਉਹ ਹੁੰਦੇ ਹਨ ਜਿਹੜੇ ਕਿ ਚੇਂਜ ਹੁੰਦੇ ਰਹਿੰਦੇ ਹਨ। ਜਿਸ ਤਰ੍ਹਾਂ ਜੇ ਵਾਕ ਦੇ ਵਿੱਚ ਆਈ, ਵੀ, ਯੂ, ਸ਼ੀ, ਹੀ, ਦੇ, ਇਟ ਇਹੋ ਜਿਹੇ ਪ੍ਰੋਨਾਊਨਸ ਜਾਂ ਕੋਈ ਨਾਊਨ ਲੱਗਿਆ ਹੈ ਤਾਂ ਉਹਦੇ ਨਾਲ ਇਹ ਵਰਬ ਚੇਂਜ ਹੋ ਜਾਂਦਾ ਹੈ। ਈਵਨ ਸਿੰਗੂਲਰ, ਪਲੂਰਲਸ, ਇੱਕ ਵਚਨ, ਬਹੁਵਚਨ ਦੇ ਨਾਲ ਵੀ ਇਹੋ ਜਿਹੇ ਵਰਬ ਚੇਂਜ ਹੋ ਜਾਂਦੇ ਹਨ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਫਾਈਨਾਈਟ ਵਰਬਸ। ਸੋ ਆਪਾਂ ਕੁਝ ਐਗਜ਼ਾਮਪਲਸ ਦੇਖਦੇ ਹਾਂ, ਉਹਦੇ 'ਚ ਤੁਹਾਨੂੰ ਪੂਰਾ ਕਲੀਅਰ ਹੋ ਜਾਏਗਾ। ਲੈਟਸ ਸਟਾਰਟ। A finite verb is the form of a verb which is limited by the number, person and tense। ਕਿ finite verb ਉਹ verb ਹੁੰਦਾ ਹੈ ਜੋ ਕਿ limited ਹੋ ਜਾਂਦਾ ਹੈ, ਭਾਵ ਸੀਮਿਤ ਹੋ ਜਾਂਦਾ ਹੈ। ਭਾਵ ਜੇ ਸੈਂਟੈਂਸ ਦੇ ਵਿੱਚ ਨੰਬਰ ਭਾਵ ਸਿੰਗੂਲਰ ਪਲੂਰਲ ਹੋਣ, ਜੇ ਸੈਂਟੈਂਸ ਦੇ ਵਿੱਚ ਪਰਸਨ ਭਾਵ ਮੈਂ, ਤੂੰ, ਉਹ, ਓਕੇ, ਇਹ ਪਰਸਨ ਇਹ ਅਲੱਗ-ਅਲੱਗ ਪਰਸਨ ਦੇ ਨਾਲ ਅਲੱਗ-ਅਲੱਗ ਹੋ ਜਾਵੇ, ਐਂਡ ਟੈਂਸ ਅਤੇ ਇਹ ਫਿਊਚਰ ਟੈਂਸ ਨਾਲ ਹੋਰ, ਪ੍ਰੈਜ਼ੈਂਟ ਇੰਡੈਫੀਨਿਟ ਨਾਲ ਹੋਰ, ਪਾਸਟ ਇੰਡੈਫੀਨਿਟ ਨਾਲ ਹੋਰ। ਓਕੇ, ਸੋ ਜਦੋਂ ਕੋਈ ਵਰਬ ਕਿਸੇ ਨੰਬਰ ਦੇ ਨਾਲ, ਪਰਸਨ ਦੇ ਨਾਲ ਤੇ ਟੈਂਸ ਦੇ ਬਦਲਣ ਨਾਲ ਵਰਬ ਵੀ ਬਦਲ ਜਾਏ ਉਸ ਨੂੰ ਅਸੀਂ ਕਹਿੰਦੇ ਹਾਂ ਫਾਈਨਾਈਟ ਵਰਬਸ। ਫੋਰ ਐਗਜ਼ਾਮਪਲ, ਸੋ ਫਸਟ ਹੈ ਆਈ ਈਟ ਐਨ ਐਪਲ। ਹੁਣ ਆਈ ਦੇ ਨਾਲ ਦੇਖੋ ਕੀ ਲੱਗਿਆ, ਈਟ। ਓਕੇ, ਮੈਂ ਖਾਂਦਾ ਹਾਂ, ਸਿਰਫ ਅਸੀਂ ਇੰਨਾ ਹੀ ਦੇਖਾਂਗੇ। ਸੈਕਿੰਡ ਕੀ ਹੈ, ਸ਼ੀ ਈਟਸ। ਹੁਣ ਦੇਖੋ ਸ਼ੀ ਯਾਨੀ ਪਰਸਨ ਚੇਂਜ ਹੋ ਗਿਆ, ਪਹਿਲਾਂ ਆਈ ਸੀ ਪਰਸਨ, ਹੁਣ ਸ਼ੀ ਹੋ ਗਿਆ। ਹੁਣ ਸ਼ੀ ਯਾਨੀ ਪਰਸਨ ਦੇ ਚੇਂਜ ਹੋਣ ਨਾਲ ਕੀ ਹੋ ਗਿਆ, ਈਟ ਦਾ ਕੀ ਬਣ ਗਿਆ, ਈਟਸ ਯਾਨੀ ਐਸ ਉਹਦੇ ਨਾਲ ਲੱਗ ਗਿਆ, ਇਸ ਕਰਕੇ ਫਾਈਨਾਈਟ ਹੋ ਗਿਆ। ਥਰਡ, ਵੀ ਈਟ ਐਪਲਸ। ਹੁਣ ਦੇਖੋ ਵੀ ਯਾਨੀ ਜ਼ਿਆਦਾ ਜਣੇ ਆ ਗਏ, ਫਿਰ ਚੇਂਜ ਹੋ ਗਿਆ, ਈਟ ਆ ਗਿਆ ਹੈ ਨਾ, ਸ਼ੀ ਦੇ ਨਾਲ ਈਟਸ ਸੀ, ਇਸ ਕਰਕੇ ਵੀ ਦੇ ਨਾਲ ਤੇ ਜ਼ਿਆਦਾ ਜਣੇ ਯਾਨੀ ਪਲੂਰਲ। ਓਕੇ, ਪਲੂਰਲ ਦੇ ਨਾਲ ਵੀ ਈਟ ਰਹਿ ਗਿਆ, ਇਹਦੇ ਨਾਲ ਐਸ ਈ ਐਸ ਨਹੀਂ ਲੱਗਿਆ। ਫੋਰਥ, ਵੀ ਏਟ ਐਨ ਐਪਲ। ਹੁਣ ਏਟ ਕੀ ਹੈ, ਸੈਕਿੰਡ ਫਾਰਮ ਭਾਵ ਪਾਸਟ ਇੰਡੈਫੀਨਿਟ। ਹੁਣ ਟੈਂਸ ਚੇਂਜ ਹੋਇਆ ਤੇ ਵਰਬ ਵੀ ਚੇਂਜ ਹੋ ਗਿਆ, ਸੋ ਇਹ ਕੀ ਹੈ, ਫਾਈਨਾਈਟ ਵਰਬ। ਫਿਫਥ, ਵੀ ਵਿਲ ਈਟ ਐਪਲਸ। ਤੇ ਹੁਣ ਦੇਖੋ ਪਾਸਟ ਨੂੰ ਜਦੋਂ ਅਸੀਂ ਫਿਊਚਰ ਇੰਡੈਫੀਨਿਟ ਚ ਬਣਾਉਣਾ ਹੋਗਾ ਫਿਰ ਚੇਂਜ ਹੋ ਜਾਏਗਾ, ਵੀ ਵਿਲ ਦੇ ਨਾਲ ਫਸਟ ਫਾਰਮ ਲੱਗ ਜਾਏਗੀ, ਵੀ ਵਿਲ ਈਟ ਐਪਲਸ ਟੁਮਾਰੋ। ਸੋ ਜੋ ਇਹਨਾਂ ਕਾਰਨਾਂ ਕਰਕੇ ਵਰਬ ਚੇਂਜ ਹੋ ਜਾਣ ਉਹਨਾਂ ਨੂੰ ਅਸੀਂ ਫਾਈਨਾਈਟ verb ਕਹਿੰਦੇ ਹਾਂ। In the example above, the verb eat changes its form with change in number, person or tense। ਸੋ ਪਹਿਲੀਆਂ ਉਦਾਹਰਨਾਂ 'ਚ ਅਸੀਂ ਦੇਖਿਆ ਕਿ verb ਆਪਣਾ ਰੂਪ ਚੇਂਜ ਕਰ ਲੈਂਦਾ ਹੈ ਜਦੋਂ ਨੰਬਰ ਚੇਂਜ ਹੁੰਦੇ ਹਨ, ਜਦੋਂ ਕੋਈ ਵਿਅਕਤੀ ਚੇਂਜ ਹੁੰਦਾ ਹੈ ਜਾਂ ਟੈਂਸ ਚੇਂਜ ਹੁੰਦਾ ਹੈ। Therefore, ਇਸ ਕਰਕੇ it can be called a finite verb। ਇਸ ਨੂੰ finite verb ਕਿਹਾ ਜਾਂਦਾ ਹੈ। ਸੋ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ finite ਜਿਹੜੇ ਚੇਂਜ ਹੋ ਜਾਂਦੇ ਹਨ, ਨੋਨ ਫਾਈਨਾਈਟ ਜਿਹੜੇ ਚੇਂਜ ਨਹੀਂ ਹੁੰਦੇ। A non-finite form of verb is not limited by number and person of a subject and has no tense। So non-finite verb ਦੀ ਉਹ ਕਿਸਮ ਹੁੰਦੀ ਹੈ ਜਿਹੜੀ ਕਿ ਕਿਸੇ ਨੰਬਰ ਦੇ ਨਾਲ ਲਿਮਿਟਡ ਨਹੀਂ ਹੁੰਦੀ, ਭਾਵ ਚਾਹੇ I ਲੱਗਿਆ ਹੋਵੇ, ਚਾਹੇ we ਲੱਗਿਆ ਹੋਵੇ, ਚਾਹੇ ਜ਼ਿਆਦਾ ਚਾਹੇ ਘੱਟ, ਚਾਹੇ ਇੱਕ ਜਣਾ ਹੋਵੇ, ਇਹ ਅਨਚੇਂਜਡ ਰਹਿੰਦਾ ਹੈ, ਇਹ ਚੇਂਜ ਨਹੀਂ ਹੁੰਦਾ। ਨਾ ਹੀ ਕਿਸੇ ਪਰਸਨ ਦੇ ਨਾਲ ਇਹ ਚੇਂਜ ਹੁੰਦਾ ਹੈ ਤੇ ਨਾ ਹੀ ਇਹ ਟੈਂਸ ਦੇ ਚੇਂਜ ਹੋਣ ਨਾਲ ਇਹ ਵਰਬ ਚੇਂਜ ਹੁੰਦਾ ਹੈ। ਨੋਨ ਫਾਈਨਾਈਟ ਵਰਬ ਫਾਰਮਸ ਆਰ ਟਿਪੀਕਲੀ ਇਨਫਿਨਿਟਿਵ ਫਾਰਮਸ ਵਿਦ ਔਰ ਵਿਦਆਊਟ ਟੂ। ਸੋ ਨੋਨ ਫਾਈਨਾਈਟ ਵਰਬ ਦੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਹਨ, ਇਸ ਨੂੰ ਖਾਸ ਤੌਰ ਤੇ ਇਨਫਿਨਿਟਿਵ ਫਾਰਮਸ ਕਿਹਾ ਜਾਂਦਾ ਹੈ, ਜਿਹਦੇ ਵਿੱਚ ਟੂ ਲੱਗਿਆ ਵੀ ਹੋ ਸਕਦਾ ਤੇ ਜਿਹਦੇ ਵਿੱਚ ਟੂ ਨਹੀਂ ਵੀ ਲੱਗਿਆ ਹੋ ਸਕਦਾ, ਜਿਸ ਤਰ੍ਹਾਂ ਟੂ ਗੋ ਜਾਂ ਗੋ। ਓਕੇ, ing ਫਾਰਮਸ that is going and third form of the verb that is finished, gone। Let's look at some examples। First, I want to eat an apple। मैं एप्पल खाना चाहता हाँ। ਹੁਣ I want, ਠੀਕ ਹੈ, ਮੈਂ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ, ਅੱਗੇ ਕੀ ਹੈ to eat। ਹੁਣ ਇਹਦਾ to ਲੱਗ ਗਿਆ ਹੈ ਨਾ। ਸੋ ਜੇ ਪਹਿਲਾਂ I wanted ਹੋਵੇ ਤਾਂ ਵੀ to eat ਹੀ ਆਏਗਾ, ਜੇ ਹੋਵੇ I will want ਤਾਂ ਵੀ to eat ਹੀ ਆਏਗਾ, ਜੇ ਹੋਵੇ I had wanted ਤਾਂ ਵੀ to eat ਹੀ ਆਏਗਾ। ਸੋ ਕੁਝ ਵੀ ਆ, ਚਾਹੇ we want ਆ ਜਾਏ, ਚਾਹੇ she wants ਆ ਜਾਏ, ਤਾਂ ਵੀ to eat ਹੀ ਆਏਗਾ, ਚੇਂਜ ਨਹੀਂ ਹੋਏਗਾ। ਇਸ ਕਰਕੇ ਨੋਨ ਫਾਈਨਾਈਟ ਵਰਬ
verbs ਹੈ, ਆਪਾਂ ਬਾਕੀ ਵੀ ਐਗਜ਼ਾਮਪਲਸ ਇਦਾਂ ਹੀ ਪੜ੍ਹ ਲੈਂਦੇ ਆ। she wants ਚੇਂਜ ਹੋ ਗਿਆ ਪਰ ਅੱਗੇ ਨਹੀਂ ਚੇਂਜ ਹੋਇਆ, to eat an apple। we want ਜ਼ਿਆਦਾ ਜਣੇ ਪਰ ਅੱਗੇ ਫਿਰ ਨਹੀਂ ਚੇਂਜ ਹੋਇਆ, to eat apples। they wanted past indefinite ਪਰ to eat apples unchanged। they will want future indefinite पर ਅੱਗੇ चेंज होया नहीं, to eat apples tomorrow। in the example above, to eat does not change even when the other verb want keeps changing according to number, person or tense। ਹੁਣ ਕਹਿੰਦੇ to eat ਜਿਹੜਾ verb ਹੈ ਇਹ change ਨਹੀਂ ਹੋਇਆ, ਚਾਹੇ ਜਿਹੜਾ verb ਹੈ want ਇਹ change ਹੁੰਦਾ ਰਿਹਾ, ਆਪਣੇ number ਦੇ ਹਿਸਾਬ ਨਾਲ change ਹੁੰਦਾ ਰਿਹਾ, person ਦੇ ਹਿਸਾਬ ਨਾਲ change ਹੁੰਦਾ ਰਿਹਾ, tense ਦੇ ਹਿਸਾਬ ਨਾਲ change ਹੁੰਦਾ ਰਿਹਾ, ਪਰ ਜਿਹੜਾ ਦੂਸਰਾ verb ਸੀ to eat ਜਿਹੜਾ ਕਿ non finite ਸੀ ਉਹ change ਨਹੀਂ ਹੋਇਆ। therefore to eat is a non finite verb। ਹੁਣ ਇਸ ਦੀਆਂ ਵੀ ਅੱਗੇ ਕਿਸਮਾਂ ਹੁੰਦੀਆਂ ਹਨ, types of non finite verbs। there are 3 types of non finite verbs। these are, first ਕੀ ਹੈ the infinitive, second the gerund, third the participles। let us look at the following flow chart to have a better understanding। ਹੁਣ ਅਸੀਂ ਨਿਚਲਾ ਇੱਕ flow chart ਦੇਖਦੇ ਹਾਂ, ਸਾਨੂੰ ਹੋਰ ਅੱਛੀ understanding ਹੋ ਜਾਏਗੀ। ਸੋ ਸਭ ਤੋਂ ਉੱਪਰ ਕੀ ਲਿਖਿਆ non finite, ਅੱਗੇ 3 ਕਿਸਮਾਂ ਦਸੀਆਂ। ਸੋ ਫਸਟ ਇੱਥੇ ਲਿਖਤੀ infinitive, second gerund, third participles। ਸੋ infinitive ਅੱਗੇ 2 ਤਰ੍ਹਾਂ ਦੇ ਹੁੰਦੇ ਹਨ, bare infinitive ਤੇ to infinitive। ਸੋ ਕਿੰਨੀ ਕਲੀਅਰ ਗੱਲ ਹੈ, ਜਿਹੜੇ verb ਦੇ ਨਾਲ to ਲੱਗਿਆ ਹੋਏਗਾ ਉਹ to infinitive ਤੇ ਜਿਹੜੇ verb ਦੇ ਨਾਲ to ਨਹੀਂ ਲੱਗਿਆ ਹੋਏਗਾ ਉਹ bare। bare ਦਾ ਮਤਲਬ ਹੁੰਦਾ ਹੈ ਵਿਹੂਣਾ ਜਾਂ ਕਿਸੇ ਚੀਜ਼ ਤੋਂ ਬਗੈਰ। ਸੋ ਐਸੇ ਹੀ ਪਿਕਚਰ 'ਚ ਸੈਕੰਡ ਕੀ ਹੈ gerund। ਸੋ gerund ਕੀ ਹੁੰਦਾ, ਜਿਹੜੇ verb ਦੇ ਨਾਲ ing ਲੱਗਿਆ ਹੁੰਦਾ ਹੈ, ਇਹ ਆਮ ਕਰਕੇ noun ਦੇ ਕਾਫੀ ਕਰੀਬ ਹੁੰਦਾ ਹੈ। ਸੋ ਨੈਕਸਟ ਹੈ participles। ਇਹ ਵੀ 3 ਤਰ੍ਹਾਂ ਦੇ ਹੁੰਦੇ ਹਨ, present participles, past participle ਤੇ perfect participle। present participles ਕੀ ਹੁੰਦਾ, verb ਦੀ first form ਨਾਲ ing। past participle ਕੀ ਹੁੰਦਾ, verb ਦੀ third form ਤੇ perfect participles ਕੀ ਹੁੰਦਾ, having plus verb ਦੀ third form। ਆਓ ਅਸੀਂ the infinitives ਤੋਂ ਸਟਾਰਟ ਕਰਦੇ ਹਾਂ। the infinitives can further be divided into 2 categories। ਜਿੱਦਾਂ ਅਸੀਂ ਉੱਪਰ flow chart 'ਚ ਦੇਖਿਆ ਹੈ ਕਿ infinitive 2 ਭਾਗਾਂ 'ਚ ਵੰਡੇ ਹੁੰਦੇ ਹਨ, bare infinitive ਤੇ to infinitive। bare infinitives are also called plain infinitives or infinitives without to। ਸੋ ਇਹ plain infinitives ਹੁੰਦੇ ਹਨ ਤੇ ਜਾਂ ਇਹਨਾਂ ਨੂੰ ਬਗੈਰ to ਵਾਲੇ infinitives ਕਿਹਾ ਜਾਂਦਾ ਹੈ। use of bare infinitives। ਆਓ ਅਸੀਂ ਦੇਖਦੇ ਹਾਂ ਕਿਤੇ ਕਿਤੇ use ਹੁੰਦੇ ਹਨ। the bare infinitive is used with verbs such as bid, have, let, make। ਸੋ ਜਿਹੜੇ verb bid, have, let ਤੇ make ਹਨ ਉਹਨਾਂ ਦੇ ਨਾਲ infinitive verb ਅੱਗੇ ਲੱਗਦਾ ਹੈ। ਹੁਣ ਪਹਿਲੇ 'ਚ ਕੀ ਹੈ, the teacher made the student repeat the lesson। ਹੁਣ repeat ਦੇ ਨਾਲ ਕੋਈ ਵੀ to ਨਹੀਂ ਲੱਗਿਆ। he bade me write an essay। ਸੋ bade ਲੱਗ ਗਿਆ, ਇਸ ਕਰਕੇ ਉਹਦੇ ਨਾਲ ਜਿਹੜਾ verb ਲੱਗੇਗਾ ਅੱਗੇ ਉਹਦੇ ਨਾਲ ਕੋਈ ਵੀ to ਨਹੀਂ ਲੱਗੇਗਾ। he didn't let me enter the room। ਹੁਣ ਇੱਥੇ let ਲੱਗ ਗਿਆ, ਇਸ ਕਰਕੇ ਇਹਦੇ ਨਾਲ ਵੀ to ਨਹੀਂ ਲੱਗੇਗਾ। he didn't let me enter the room। ਸੋ ਜਿਹੜੇ verb bid, have, let ਤੇ make ਹਨ ਉਹਨਾਂ ਦੇ ਨਾਲ infinitive verb ਅੱਗੇ ਲੱਗਦਾ ਹੈ। second with auxiliaries, will, would, shall, should, can, could, do, must, may, etc। so auxiliaries ਕਿਹੜੇ ਹੁੰਦੇ ਨੇ, helping verb। ਸੋ ਜਿਹੜੇ ਅੱਗੇ ਦਿੱਤੇ ਹੋਏ helping verb ਹਨ ਉਹਨਾਂ ਦੇ ਨਾਲ ਵੀ bare infinitive ਦੀ ਵਰਤੋਂ ਹੁੰਦੀ ਹੈ। you can go now, you shall know your results tomorrow। third with auxiliaries, need and dare। the bare infinitive is used primarily in interrogative and negative sentences। for example, so ਦੂਜੇ ਜਿਹੜੇ ਸਹਾਇਕ verb ਹਨ ਜਿੱਦਾਂ need, dare ਇਹਨਾਂ ਦੇ ਨਾਲ ਵੀ primarily ਯਾਨੀ ਮੁੱਖ ਤੌਰ ਤੇ bare infinitive ਦੀ ਵਰਤੋਂ ਹੁੰਦੀ ਹੈ। ਕਦੋਂ, ਜਦੋਂ interrogative ਬਣਾਉਣਾ ਹੋਵੇ ਤੇ ਜਦੋਂ negative ਬਣਾਉਣਾ ਹੋਵੇ ਤਾਂ ਉਦੋਂ ਮੁੱਖ ਰੂਪ ਵਿੱਚ bare infinitive ਵਰਤੇ ਜਾਂਦੇ ਹਨ, ਭਾਵ without to। dare you go into the forest at night। ਕੀ ਤੂੰ ਰਾਤ ਨੂੰ ਜੰਗਲ ਵਿੱਚ ਜਾਣ ਦੀ ਹਿੰਮਤ ਕਰ ਸਕਦਾ? he didn't touch his sister's mobile phone। need you go home soon, you need not come। ਠੀਕ, ਸੋ ਜਿਹੜੇ ਵਾਕਾਂ ਦੇ ਵਿੱਚ dare, need ਲੱਗਿਆ ਹੋਵੇ ਉਹਦੇ ਨਾਲ bare infinitive ਦੀ ਵਰਤੋਂ ਹੁੰਦੀ ਹੈ। fourth with expressions like would rather, rather than, had better, etc। ਉਹਨਾਂ ਦੇ ਨਾਲ ਵੀ bare infinitive ਵਰਤਿਆ ਜਾਂਦਾ ਹੈ। ਜਿੱਦਾਂ I would rather stay at home, you had better ask him for money, I would die rather than beg। ਕਿ ਮੈਂ ਭੀਖ ਮੰਗਣ ਨਾਲੋਂ ਮਰਨਾ ਪਸੰਦ ਕਰਾਂਗਾ। fifth it may follow but and except। ਸੋ ਜਿਹੜੇ ਸੈਂਟੈਂਸ ਦੇ ਮਗਰ but ਜਾਂ except ਆਵੇ ਉੱਥੇ ਵੀ bare infinitive ਹੀ ਯੂਜ਼ ਹੁੰਦੇ ਹਨ। he did nothing but
cry. ਉਸਨੇ ਰੋਣ ਤੋਂ ਬਿਨਾਂ ਕੁਝ ਨਾ ਕੀਤਾ. He does nothing except complaint. ਉਹ ਹੋਰ ਕੁਛ ਨਹੀਂ ਕਰਦਾ ਕੰਪਲੇਂਟ ਤੋਂ ਸਿਵਾਏ. ਸੋ ਇੱਥੇ ਵੀ ਕੀ ਹੈ ਬੇਅਰ ਇਨਫਿਨਿਟਿਵ ਯਾਨੀ ਵਿਦਆਊਟ ਟੂ. 6th with questions denoting suggestions or advice and beginning with why not. ਸੋ ਜਿਨ੍ਹਾਂ ਕੁਐਸਚਨਸ ਦੇ ਵਿੱਚ ਕੋਈ ਸੁਜੈਸ਼ਨ ਜਾਂ ਕੋਈ ਐਡਵਾਈਸ ਨਾਲ ਸ਼ੁਰੂਆਤ ਕੀਤੀ ਹੋਵੇ ਜਿਵੇਂ ਵਾਈ ਜਾਂ ਵਾਈ ਨੋਟ ਵਰਗੇ ਸ਼ਬਦਾਂ ਦੇ ਨਾਲ ਤੇ ਉੱਥੇ ਵੀ ਬੇਅਰ ਇਨਫਿਨਿਟਿਵ ਯੂਜ਼ ਹੁੰਦੇ ਹਨ. ਵਾਈ ਮੇਕ ਸੱਚ ਅ ਨੋਇਸ ਓਵਰ ਅ ਸਮਾਲ ਮੈਟਰ ਕਿ ਇੱਕ ਛੋਟੀ ਜੀ ਗੱਲ ਤੇ ਇੰਨਾ ਸ਼ੋਰ ਕਿਉਂ ਮਚਾਉਂਦੇ ਹੋ. ਵਾਈ ਨੋਟ ਟੇਕ ਯੂਅਰ ਬ੍ਰਦਰ ਵਿਦ ਯੂ ਕਿ ਆਪਣੇ ਭਰਾ ਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਜਾਂਦੇ. ਸੋ ਜਦੋਂ ਇਹੋ ਜਿਹੀ ਕੋਈ ਸੁਜੈਸ਼ਨ ਹੋਵੇ ਤਾਂ ਉਦੋਂ ਵੀ ਬੇਅਰ ਇਨਫਿਨਿਟਿਵ ਦੀ ਵਰਤੋਂ ਹੁੰਦੀ ਹੈ. ਟੂ ਇਨਫਿਨਿਟਿਵ ਯੂਜ਼ ਆਫ ਟੂ ਇਨਫਿਨਿਟਿਵ ਕੀ ਹੈ. ਦ ਟੂ ਇਨਫਿਨਿਟਿਵ ਇਜ਼ ਯੂਜ਼ਡ ਇਨ ਮੈਨੀ ਸੈਂਟੈਂਸ ਕੰਸਟਰਕਸ਼ਨਸ ਕਿ ਬਹੁਤ ਸਾਰੇ ਵਾਕਾਂ ਦੀ ਬਣਾਵਟ ਦੇ ਵਿੱਚ ਟੂ ਇਨਫਿਨਿਟਿਵ ਯੂਜ਼ ਹੁੰਦਾ ਹੈ. ਆਫਨ ਐਕਸਪ੍ਰੈਸਿੰਗ ਦ ਪਰਪਸ ਆਫ ਸਮਥਿੰਗ ਔਰ ਸਮਵਨਸ ਓਪੀਨੀਅਨ ਅਬਾਊਟ ਸਮਥਿੰਗ. ਇਹ ਅਕਸਰ ਕਿਸੇ ਚੀਜ਼ ਦੇ ਉਦੇਸ਼ ਨੂੰ ਸ਼ੋਅ ਕਰਨ ਲਈ ਹੁੰਦਾ. ਇਹ ਕਿਸੇ ਦੀ ਕਿਸੇ ਬਾਰੇ ਓਪੀਨੀਅਨ ਭਾਵ ਰਾਏ ਨੂੰ ਸ਼ੋਅ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ. ਹੁਣ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਐਜ਼ ਅ ਨਾਊਨ ਕਿ ਜਦੋਂ ਵਰਬ ਦੀ ਵਰਤੋਂ ਨਾਊਨ ਦੀ ਤਰ੍ਹਾਂ ਹੋਵੇ ਤੇ ਉਹਦੇ ਨਾਲ ਵੀ ਟੂ ਵਰਤਿਆ ਜਾਂਦਾ ਹੈ. ਜਿੱਦਾਂ ਟੂ ਸਪੀਕ ਇਫੈਕਟਿਵਲੀ ਨੀਡਸ ਅ ਲੋਟ ਆਫ ਪ੍ਰੈਕਟਿਸ ਕਿ ਜੇ ਪ੍ਰਭਾਵਸ਼ਾਲੀ ਬੋਲਣਾ ਹੋਵੇ ਤਾਂ ਉਸ ਲਈ ਬਹੁਤ ਜ਼ਿਆਦਾ ਪ੍ਰੈਕਟਿਸ ਦੀ ਲੋੜ ਪੈਂਦੀ ਹੈ. ਠੀਕ ਹੈ. ਟੂ ਸਪੀਕ. ਟੂ ਐਰ is human. ਇਨਸਾਨ ਗਲਤੀਆਂ ਦਾ ਪੁਤਲਾ ਹੈ. Okay? To criticize others is an easy job. ਕਿਸੇ ਨੂੰ ਬੁਰਾ ਭਲਾ ਕਹਿਣਾ ਇਹ ਬਹੁਤ ਸੌਖੀ ਜੀ ਜੋਬ ਹੈ. He likes to play cricket. To play with fire is a very risky game. ਠੀਕ. ਸੋ ਫਿਲਹਾਲ ਹਜੇ ਤੱਕ ਆਪਾਂ ਇਹੀ ਯਾਦ ਰੱਖਣਾ ਕਿ ਇਹਦੇ 'ਚ ਟੂ ਲੱਗਿਆ ਇਸ ਕਰਕੇ ਟੂ ਇਨਫਿਨਿਟਿਵ ਹੈ. ਪਹਿਲੇ ਵਾਲਿਆਂ 'ਚ ਟੂ ਨਹੀਂ ਲੱਗਿਆ ਸੀ ਇਸ ਕਰਕੇ ਉਹ ਬੇਅਰ ਇਨਫਿਨਿਟਿਵ ਸਨ. ਠੀਕ. ਨੈਕਸਟ ਮਾਈ ਡਿਊਟੀ ਇਜ਼ ਟੂ ਸਰਵ ਮਾਈ ਕੰਟਰੀ. ਹੁਣ ਇਹ 'ਚ ਵੀ ਟੂ ਲੱਗਿਆ ਇਸ ਕਰਕੇ ਟੂ ਇਨਫਿਨਿਟਿਵ ਹੈ. ਇਟ ਇਜ਼ ਈਜ਼ੀਅਰ ਟੂ ਪ੍ਰੀਚ ਦੈਨ ਟੂ ਪ੍ਰੈਕਟਾਈਜ਼ ਕਿ ਉਪਦੇਸ਼ ਦੇਣਾ ਜ਼ਿਆਦਾ ਸੌਖਾ ਹੈ ਉਹਦੇ ਉੱਤੇ ਚੱਲਣ ਨਾਲੋਂ. ਨੈਕਸਟ ਐਜ਼ ਐਡਵਰਬ ਟੂ ਮੋਡੀਫਾਈ ਵਰਬਸ ਐਂਡ ਐਡਜੈਕਟਿਵਸ. ਹੁਣ ਕਈ ਸ਼ਬਦਾਂ ਵਿੱਚ ਐਡਵਰਬ ਦੀ ਤਰ੍ਹਾਂ ਵੀ ਵਰਤੇ ਜਾਂਦੇ ਹਨ ਜਿਹੜੇ ਕਿ ਕਿਸੇ ਵਰਬ ਨੂੰ ਮੋਡੀਫਾਈ ਕਰਦੇ ਹਨ ਭਾਵ ਸਾਨੂੰ ਉਸ ਵਰਬ ਦੇ ਗੁਣ ਜਾਂ ਉਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਹਨ. ਅਸੀਂ ਉੱਥੇ ਵੀ ਟੂ ਇਨਫਿਨਿਟਿਵ ਦੀ ਵਰਤੋਂ ਕਰਦੇ ਹਾਂ. ਐਗਜ਼ਾਮਪਲ ਵੀ ਗੋ ਟੂ ਸਕੂਲ. ਹੁਣ ਅਸੀਂ ਸਕੂਲ ਜਾਂਦੇ ਹਾਂ. ਠੀਕ ਹੈ. ਸੋ ਹੁਣ ਇੱਥੇ ਕੰਮ ਕਿਹੜਾ ਹੋਇਆ ਜਾਣ ਦਾ ਭਾਵ ਗੋ. ਠੀਕ ਹੈ. ਪਰ ਕਿਉਂ ਜਾਂਦੇ ਹਾਂ. ਹੁਣ ਜਾਣ ਦੀ ਖਾਸੀਅਤ ਕੀ ਹੈ. ਠੀਕ ਹੈ. ਸੋ ਵਰਬ ਦੇ ਬਾਰੇ ਹੋਰ ਕੀ ਦੱਸਿਆ ਜਾ ਰਿਹਾ ਟੂ ਲਰਨ ਕਿ ਅਸੀਂ ਜਾਂਦੇ ਹਾਂ ਸਿੱਖਣ ਲਈ. ਸੋ ਜਦੋਂ ਵਰਬ ਦੀ ਖਾਸੀਅਤ ਦੱਸੀ ਜਾਵੇ ਸੋ ਉਹ ਕੀ ਬਣ ਜਾਏਗਾ ਐਡਵਰਬ. ਓਕੇ. ਕਈ ਬੱਚਿਆਂ ਨੂੰ ਇਹ ਬੜਾ ਕੰਪਲਿਕੇਟਡ ਜਿਹਾ ਲੱਗ ਰਿਹਾ ਹੋਵੇਗਾ ਸੋ ਮੈਂ ਇੱਥੇ ਸਿਰਫ ਇਸ ਨੂੰ ਸਿੰਪਲੀਫਾਈ ਇਸ ਤਰੀਕੇ ਨਾਲ ਕਰਨਾ ਚਾਹੁੰਦਾ ਹਾਂ. ਤੁਸੀਂ ਸਿਰਫ ਇਹ ਧਿਆਨ ਦੇਣਾ ਹੈ ਕਿ ਇਹਨਾਂ ਨਾਲ ਟੂ ਲੱਗਿਆ ਹੈ ਤੇ ਟੂ ਇਨਫਿਨਿਟਿਵ ਹਨ. ਜੇ ਟੂ ਨਹੀਂ ਲੱਗਿਆ ਤਾਂ ਬੇਅਰ ਇਨਫਿਨਿਟਿਵ ਹਨ. ਠੀਕ. ਸੋ ਪੇਪਰ ਵਿੱਚ ਇਸ ਤੋਂ ਜ਼ਿਆਦਾ ਨਹੀਂ ਆਏਗਾ. ਨੈਕਸਟ ਹੈ ਸ਼ੀ ਇਜ਼ ਹਾਰਡ ਟੂ ਪਲੀਜ਼. ਉਸਨੂੰ ਖੁਸ਼ ਕਰਨਾ ਔਖਾ ਹੈ. ਸੋ ਇੱਥੇ ਵੀ ਟੂ ਲੱਗ ਗਿਆ ਇਸ ਕਰਕੇ ਟੂ ਇਨਫਿਨਿਟਿਵ ਹੈ. ਥਰਡ ਹੈ ਐਜ਼ ਐਡਜੈਕਟਿਵ ਟੂ ਕੁਆਲੀਫਾਈ ਨਾਊਨਸ. ਹੁਣ ਕਈ ਜਗ੍ਹਾ ਤੇ ਕਿਸੇ ਨਾਊਨ ਦੀ ਖਾਸੀਅਤ ਦੱਸਣ ਲਈ ਇਹ ਵਰਬ ਜਿਹੜੇ ਕਿ ਇਨਫਿਨਿਟਿਵ ਵਰਬ ਹੁੰਦੇ ਹਨ ਇਹ ਵਰਤੇ ਜਾਂਦੇ ਹਨ ਪਰ ਇਹ ਵਰਬ ਉੱਥੇ ਐਜ਼ ਐਡਜੈਕਟਿਵ ਵਾਂਗੂ ਵਰਤੇ ਜਾਂਦੇ ਹਨ. ਕਿਸ ਤਰ੍ਹਾਂ ਇਟ ਵਾਜ਼ ਅ ਮੈਚ. ਇਹ ਇੱਕ ਮੈਚ ਸੀ. ਠੀਕ ਹੈ. ਹੁਣ ਮੈਚ ਕਿਹੋ ਜਿਹਾ ਸੀ ਟੂ ਰਿਮੈਂਬਰ ਯਾਦ ਰੱਖਣ ਯੋਗ. ਠੀਕ ਹੈ. ਮੈਚ ਜਿਹੜਾ ਸੀ ਉਹ ਯਾਦ ਰੱਖਣ ਯੋਗ. ਮੈਚ ਦੀ ਖਾਸੀਅਤ ਕੀ ਹੈ ਕਿ ਇਹ ਯਾਦ ਰੱਖਣ ਯੋਗ ਸੀ. ਸੋ ਜਦੋਂ ਕੋਈ ਵਰਬ ਕਿਸੇ ਨਾਊਨ ਦੀ ਖਾਸੀਅਤ ਦੱਸਣ ਲਈ ਉੱਥੇ ਹੋਵੇ ਉਹਦੇ ਨਾਲ ਵੀ ਫਿਰ ਟੂ ਇਨਫਿਨਿਟਿਵ ਦੀ ਵਰਤੋਂ ਅਸੀਂ ਕਰਦੇ ਹਾਂ. ਫੋਰਥ ਐਜ਼ ਆਬਜੈਕਟ ਕੰਪਲੀਮੈਂਟ. ਜਦੋਂ ਉਹ ਕਿਸੇ ਆਬਜੈਕਟ ਦਾ ਪੂਰਕ ਹੋਵੇ ਭਾਵ ਕਿਸੇ ਆਬਜੈਕਟ ਦੀ ਸਹਾਇਤਾ ਲਈ ਹੋਵੇ ਭਾਵ ਕਿਸੇ ਆਬਜੈਕਟ ਦੀ ਹੋਂਦ ਨੂੰ ਉੱਥੇ ਦਰਸਾਉਂਦਾ ਹੋਵੇ ਕਿ ਉਹ ਆਬਜੈਕਟ ਉੱਥੇ ਕਾਹਦੇ ਵਾਸਤੇ ਹੈ ਜਾਂ ਉਸ ਆਬਜੈਕਟ ਦਾ ਉੱਥੇ ਕੀ ਮਤਲਬ ਹੈ. ਏ ਹੀ ਐਡਵਾਈਜ਼ਡ ਮੀ. ਉਸਨੇ ਮੈਨੂੰ ਸਲਾਹ ਦਿੱਤੀ. ਹੁਣ ਮੀ ਠੀਕ ਹੈ ਮੀ ਕੀ ਹੈ ਆਬਜੈਕਟ. ਸੋ ਕੀ ਸਲਾਹ ਦਿੱਤੀ ਟੂ ਕੀਪ ਕੁਆਇਟ. ਹੁਣ ਮੀ ਵਾਸਤੇ ਸਲਾਹ ਕਿਹੜੀ ਸੀ ਟੂ ਕੀਪ ਕੁਆਇਟ ਕਿ ਉਹ ਚੁੱਪ ਰਵੇ ਕਿ ਮੈਂ ਚੁੱਪ ਰਹਾਂ. ਇਸੇ ਤਰ੍ਹਾਂ ਬੀ ਆਈ ਐਡਵਾਈਜ਼ਡ ਹਿਮ. ਮੈਂ ਉਸ ਨੂੰ ਸਲਾਹ ਦਿੱਤੀ. ਹੁਣ ਹਿਮ ਆਬਜੈਕਟ ਹੈ. ਅਗਲੇ ਸ਼ਬਦ ਹਿਮ ਨੂੰ ਕੰਪਲੀਮੈਂਟ ਕਰਨ ਲਈ ਹੈ ਭਾਵ ਉਹਦੇ ਪੂਰਕ ਹਨ. ਟੂ ਐਕਸੈਪਟ ਦ ਆਫਰ ਕਿ ਮੈਂ ਉਸ ਨੂੰ ਸਲਾਹ ਦਿੱਤੀ ਕਿ ਉਹ ਇਸ ਆਫਰ ਨੂੰ ਠੁਕਰਾਏ ਨਾ ਇਸ ਨੂੰ ਐਕਸੈਪਟ ਕਰ ਲਵੇ ਸਵੀਕਾਰ ਕਰ ਲਵੇ. ਫਿਫਥ
to TOO plus adjective or adverb plus infinitive। ਠੀਕ, ਜਿੱਥੇ ਹੁਣ TOO ਦੀ ਵਰਤੋਂ ਹੁੰਦੀ ਹੈ ਟੂ, ਠੀਕ ਹੈ, ਉਹਦੇ ਨਾਲ ਵੀ TO ਦੀ ਵਰਤੋਂ ਹੁੰਦੀ ਹੈ। ਜਿਸ ਤਰ੍ਹਾਂ ਹੀ ਇਜ਼ ਟੂ ਵੀਕ ਟੂ ਵਾਕ, ਉਹ ਇੰਨਾ ਕਮਜ਼ੋਰ ਹੈ ਕਿ ਚੱਲ ਵੀ ਨਹੀਂ ਸਕਦਾ। ਮੋਨਾ ਇਜ਼ ਟੂ ਯੰਗ ਟੂ ਅੰਡਰਸਟੈਂਡ ਦਿਸ, ਉਹ ਇੰਨੀ ਛੋਟੀ ਹੈ ਕਿ ਇਸ ਨੂੰ ਅੰਡਰਸਟੈਂਡ ਨਹੀਂ ਕਰ ਸਕਦੀ। ਦੇ ਵਰਕਡ ਟੂ ਸਲੋਲੀ ਟੂ ਅਚੀਵ ਦ ਟਾਰਗੇਟ, ਉਹ ਇੰਨਾ ਸਲੋ ਕੰਮ ਕਰਦੇ ਹਨ ਕਿ ਉਹ ਟਾਰਗੇਟ ਤੱਕ ਨਹੀਂ ਪਹੁੰਚ ਸਕਦੇ। ਨੈਕਸਟ ਹੈ ਇਨਫ ਪਲਸ ਇਨਫਿਨਿਟਿਵ। ਹੁਣ ਜਿੱਥੇ ਇਨਫ ਦੀ ਵਰਤੋਂ ਹੋਵੇ ਉਹਦੇ ਨਾਲ ਵੀ ਅਸੀਂ ਟੂ ਇਨਫਿਨਿਟਿਵ ਦੀ ਵਰਤੋਂ ਕਰਦੇ ਹਾਂ। ਜਿਸ ਤਰ੍ਹਾਂ ਹੀ ਹੈਜ਼ ਇਨਫ ਮਨੀ ਟੂ ਪੇ ਦਾ ਬਿੱਲ, ਉਸ ਕੋਲ ਇੰਨਾ ਪੈਸਾ ਹੈ ਕਿ ਉਹ ਆਪਣਾ ਬਿੱਲ ਪੇ ਕਰ ਸਕੇ। ਹੀ ਇਜ਼ ਕਾਈਂਡ ਇਨਫ ਟੂ ਹੈਲਪ ਯੂ, ਉਹ ਇੰਨਾ ਤਾਂ ਦਿਆਲੂ ਹੈ ਕਿ ਉਹ ਤੇਰੀ ਮਦਦ ਕਰੇ। Activity 6, pick out infinitives in the following sentences and underline them। ਹੁਣ ਆਪਾਂ ਇਨਫਿਨਿਟਿਵਸ ਜਿਹੜੇ ਨੇ ਉਹਨਾਂ ਨੂੰ ਪਿਕ ਕਰਨਾ ਤੇ ਉਹਨਾਂ ਨੂੰ ਅੰਡਰਲਾਈਨ ਕਰਨਾ। ਫਸਟ ਹੈ I saw him go, ਮੈਂ ਉਸ ਨੂੰ ਜਾਂਦੇ ਦੇਖਿਆ। ਹੁਣ go ਦੇ ਨਾਲ ਕੋਈ ਟੂ ਨਹੀਂ ਲੱਗਿਆ, ਸੋ ਇਸ ਕਰਕੇ ਬੇਅਰ ਇਨਫਿਨਿਟਿਵ ਆਪਾਂ go ਨੂੰ ਅੰਡਰਲਾਈਨ ਕਰ ਲਾਂਗੇ। ਠੀਕ ਹੈ। ਸੈਕਿੰਡ ਕੀ ਹੈ, he promised to come, ਉਸਨੇ ਵਾਅਦਾ ਕੀਤਾ ਆਉਣ ਦਾ। ਹੁਣ ਇੱਥੇ to come, ਇਹ ਕੀ ਹੈ, ਟੂ ਇਨਫਿਨਿਟਿਵ। ਸੋ ਤੁਹਾਨੂੰ ਟੂ ਇਨਫਿਨਿਟਿਵ ਤੇ ਬੇਅਰ ਇਨਫਿਨਿਟਿਵ ਲਿਖਣ ਦੀ ਤਾਂ ਨਹੀਂ ਲੋੜ, ਕਿਉਂਕਿ ਇਹਨਾਂ ਨੇ ਸਿਰਫ ਇਨਫਿਨਿਟਿਵ ਨੂੰ ਅੰਡਰਲਾਈਨ ਕਰਨ ਨੂੰ ਕਿਹਾ ਹੈ, ਪਰ ਤੁਹਾਨੂੰ ਇਸ ਦੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ। ਥਰਡ, ਟੂ ਫੋਰਗਿਵ। ਹੁਣ ਟੂ ਫੋਰਗਿਵ ਇਹ ਕੀ ਹੈ, ਟੂ ਇਨਫਿਨਿਟਿਵ, ਇਹਨੂੰ ਅੰਡਰਲਾਈਨ ਕਰ ਲਾਂਗੇ। ਫੋਰਥ, ਆਈ ਵਾਚਡ ਹਰ ਡਾਂਸ, ਡਾਂਸ ਇਹ ਕੀ ਹੈ, ਬੇਅਰ ਇਨਫਿਨਿਟਿਵ। ਇਟ ਇਜ਼ ਬੈਡ ਟੂ ਚੀਟ, ਟੂ ਚੀਟ ਕੀ ਹੈ, ਯੈਸ, to infinitive, your family। Activity 7, fill in the blanks with appropriate non-finite forms। ਹੁਣ ਆਪਾਂ non-finite forms ਪੜ੍ਹਨੇ ਹਨ ਜਿਹੜੇ ਕਿ ਚੇਂਜ ਨਹੀਂ ਹੁੰਦੇ। ਠੀਕ ਹੈ, ਯਾਨੀ ਜੋ ਬ੍ਰੈਕਟ ਵਿੱਚ ਲਿਖਿਆ ਉਹ ਸੇਮ ਹੀ ਰਹਿਣਗੇ। ਸੋ ਫਸਟ ਕੀ ਹੈ, you ought to get up earlier। Second, it is easy to make mistakes। He made me repeat the lessons। ठीक है, ਇੱਥੇ ਕੋਈ ਵੀ ਉਹ ਨਹੀਂ ਆਏਗਾ, ਸਿੱਧਾ repeat ਹੀ ਆ ਜਾਏਗਾ। You need not, ਠੀਕ ਹੈ, ਇੱਥੇ ਵੀ to ਲਿਖਣ ਦੀ ਕੋਈ ਲੋੜ ਨਹੀਂ। You need not say anything। E, would you like to come in my car? F, he will be able to swim very soon। Activity 8, combine the following pairs of sentences into one sentence using to, enough plus infinitive। ਹੁਣ ਅਸੀਂ ਦੋ sentences ਦਿੱਤੇ ਹੋਏ ਨੇ, ਇਹਨਾਂ ਨੂੰ combine ਕਰਨਾ। ਠੀਕ ਹੈ, plus infinitive ਲਗਾ ਦੇਣਾ, ਯਾਨੀ verb ਨਾਲ ਲਗਾ ਦੇਣਾ। First, you are very young, you can't have a gun। You are too young to have a gun। He is very ill, he can't eat anything। He is too ill to eat anything। Mickey was very foolish, he told lies to the police। Mickey was foolish enough to tell lies to the police। D, the fire isn't very hot, it won't boil the kettle। The fire isn't hot enough to boil the kettle। I am rather old, I can't walk that far। I am too old to walk that far। So next ਹੈ gerunds। ਤੇ ਪੇਪਰ ਦੇ ਵਿੱਚ ਇਸ ਨੂੰ ਅਟੈਂਪਟ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਤੁਹਾਡੇ ਕੋਲ ਜਦੋਂ ਪੁੱਛਿਆ ਜਾਏ ਕਿ ਦੱਸੋ ਜੀ ਇਹ 'ਚ ਜੈਰੈਂਟਸ ਕੀ ਹੈ, ਤਾਂ ਜਿਨ੍ਹਾਂ ਸ਼ਬਦਾਂ ਦੇ ਨਾਲ ING ਲੱਗਿਆ ਹੋਵੇ ਉਹ ਜੈਰੈਂਟਸ। ਓਕੇ, ਸੋ ਪੇਪਰ 'ਚ ਜਦੋਂ ਪੁੱਛਿਆ ਜਾਵੇ ਦੱਸੋ ਜੀ ਇਹ ਕਿਹੜਾ ਇਨਫਿਨਿਟਿਵ ਹੈ, ਜਦੋਂ ਉਹਦੇ ਨਾਲ ਟੂ ਲੱਗਿਆ ਹੋਵੇ ਤਾਂ ਟੂ ਇਨਫਿਨਿਟਿਵ, ਜੇ ਟੂ ਨਹੀਂ ਲੱਗਿਆ ਤੇ ਉਹ ਬੇਅਰ ਇਨਫਿਨਿਟਿਵ। ਓਕੇ, ਸੋ ਇਸੇ ਤਰ੍ਹਾਂ ਅਗਲੀ ਇਹਦੀ ਫਾਰਮ ਹੈ ਜੈਰੈਂਟਸ। ਸੋ ਜੈਰੈਂਟਸ ਆਰ ਵਰਬ ਪਲਸ ING ਫਾਰਮ ਯੂਜ਼ਡ ਐਜ਼ ਨਾਊਨਸ। ਠੀਕ ਹੈ, ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਨਾਊਨ ਦੀ ਤਰ੍ਹਾਂ ਵਰਤੇ ਜਾਂਦੇ ਹਨ। ਸੋ ਉਹ ਵਰਬ ਜਿਨ੍ਹਾਂ ਦੇ ਨਾਲ ਜਦੋਂ ING ਲੱਗਦਾ ਹੈ ਤੇ ਉਹ ਨਾਊਨ ਦੀ ਤਰ੍ਹਾਂ ਵਰਤੇ ਜਾਣ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜੈਰੈਂਟਸ। ਜਿੱਦਾਂ ਮੈਂ ਇੱਕ ਵੈਸੇ ਤੁਹਾਨੂੰ ਪੰਜਾਬੀ 'ਚ ਐਗਜ਼ਾਮਪਲ ਦੱਸ ਦਿੰਦਾ। ਮੰਨ ਲਓ ਮੈਂ ਕਹਾਂ ਕਿ ਡਰਾਈਵਰ ਗੱਡੀ ਚਲਾ ਰਿਹਾ ਹੈ। ਠੀਕ ਹੈ, ਹੁਣ ਕੀ ਹੈ, ਡਰਾਈਵਰ ਇਜ਼ ਡਰਾਈਵਿੰਗ ਅ ਕਾਰ। ਡਰਾਈਵਿੰਗ ਗੱਡੀ ਚਲਾ ਰਿਹਾ, ਇਹ ਵਰਬ ਹੋ ਗਿਆ ਨਾ, ਕਿਰਿਆ ਹੋ ਗਈ। ਤੇ ਜੇ ਮੈਂ ਕਹਿਣਾ ਹੋਵੇ ਯਾਰ ਉਹਦੀ ਡਰਾਈਵਿੰਗ ਬੜੀ ਅੱਛੀ ਹੈ, ਹੁਣ ਇਹ 'ਚ ਕੋਈ ਕੰਮ ਤਾਂ ਨਹੀਂ ਕਰ ਰਿਹਾ ਨਾ, ਮੈਂ ਉਹਦੇ ਗੱਡੀ ਚਲਾਉਣ ਦੀ ਕਿਰਿਆ ਨੂੰ ਕੀ ਨਾਮ ਦਿੱਤਾ, ਡਰਾਈਵਿੰਗ। ਡਰਾਈਵ ਤੇ ਨਾਲ ਕੀ ਲਾਤਾ, ING। ਸੋ ਇਹ ਕੀ ਬਣ ਗਿਆ, ਜੈਰੈਂਟ। ਜੇ ਮੈਂ ਕਹਾਂ ਯਾਰ ਉਹ ਚੱਲ ਰਿਹਾ ਹੈ, ਹੀ ਇਜ਼ ਵਾਕਿੰਗ, ਤੇ ਮੈਂ ਕਹਿਣਾ ਹੋਵੇ ਉਹਦੀ ਵਾਕਿੰਗ ਬੜੀ ਅੱਛੀ ਹੈ, ਹੈ ਨਾ, ਤੇ ਮੈਂ ਕਹਿਣਾ ਹੋਵੇ ਉਹਦੀ ਟਾਕਿੰਗ ਬੜੀ ਅੱਛੀ ਹੈ। ਸੋ ਸਾਰਿਆਂ ਦੇ ਨਾਲ ਮੈਂ ਕੀ ਲਗਾਤਾ, ING, ਤੇ ਉਹ ਨਾਮ ਯਾਨੀ ਉਹਦੇ ਗੱਲਬਾਤ ਕਰਨ ਦੀ ਕਲਾ ਨੂੰ ਮੈਂ ਕੀ ਨਾਮ ਦਿੱਤਾ, ਟਾਕਿੰਗ। ਚੱਲਣ ਨੂੰ ਕੀ ਨਾਮ ਦਿੱਤਾ, ਵਾਕਿੰਗ। ਤੇ ਲਿਖਣ ਨੂੰ ਕੀ ਨਾਮ ਦਿੱਤਾ, ਰਾਈਟਿੰਗ। ਪੜ੍ਹਨ ਨੂੰ ਕੀ ਨਾਮ ਦਿੱਤਾ, ਰੀਡਿੰਗ। ਤੇਰੀ ਰੀਡਿੰਗ ਬੜੀ ਅੱਛੀ ਹੈ ਯਾਰ। ਸੋ ਇਹੋ ਜਿਹੇ ਸਾਰੇ ਵਰਡਸ ਕੀ ਹੁੰਦੇ ਨੇ, ਜੈਰੈਂਟਸ।
ਠੀਕ। ਸੋ ਕਈ ਵਾਰ ਅਸੀਂ ਜ਼ਿਆਦਾ ਜਦੋਂ ਪੜ੍ਹਨ ਲੱਗ ਜਾਂਦੇ ਹਾਂ ਤੇ ਆਪਾਂ ਨੂੰ ਨਹੀਂ ਸਮਝ ਆਉਂਦੀ, ਤਾਂ ਮੈਨੂੰ ਲੱਗਿਆ ਕਿ ਪਹਿਲਾਂ ਥੋੜ੍ਹਾ ਜਿਹਾ ਸਿੱਧਾ ਸਿੱਧਾ ਸਮਝਾ ਦਾਂ ਤਾਂ ਕਿ ਅੱਗੋਂ ਬੱਚੇ ਕਨਫਿਊਜ਼ ਨਾ ਹੋਣ। ਸੋ ਆਓ ਕਨਫਿਊਜ਼ਨ ਤੋਂ ਬਚਦੇ ਹੋਏ ਆਪਾਂ ਇਸ ਦੀ ਥੋੜ੍ਹੀ ਹੋਰ ਡਿਟੇਲਡ ਸਟੱਡੀ ਕਰਦੇ ਹਾਂ। ਸੋ ਦੇ ਕੈਨ ਬੀ ਯੂਜ਼ਡ ਇਨ ਦਾ ਫੋਲੋਇੰਗ ਵੇਜ਼। ਸੋ ਜੈਰੈਂਡਸ ਹੇਠਾਂ ਲਿਖੇ ਤਰੀਕਿਆਂ ਨਾਲ ਵਰਤੇ ਜਾਂਦੇ ਹਨ। ਏ ਐਜ਼ ਅ ਸਬਜੈਕਟ, ਕਈਆਂ ਵਿੱਚ ਇਹ ਸਬਜੈਕਟ ਦੀ ਤਰ੍ਹਾਂ, ਭਾਵ ਉਸ ਸੈਂਟੈਂਸ ਵਿੱਚ ਮੇਨ ਕੰਮ ਕਰਨ ਵਾਲਾ, ਠੀਕ ਹੈ, ਜੋ ਹੁੰਦਾ ਉਸ ਨੂੰ ਕਹਿੰਦੇ ਨੇ ਸਬਜੈਕਟ। ਸੋ ਕਈ ਵਾਰ ਸਬਜੈਕਟ ਦੀ ਤਰ੍ਹਾਂ ਵਰਤੇ ਜਾਂਦੇ ਹਨ। ਸੈਕਿੰਡ, ਆਫਟਰ ਪ੍ਰੈਪੋਜੀਸ਼ਨਸ, ਕਈ ਵਾਰ ਪ੍ਰੈਪੋਜੀਸ਼ਨਸ ਤੋਂ ਬਾਅਦ ਆਉਂਦੇ ਹਨ। ਸੀ, ਆਫਟਰ ਸਰਟਨ ਵਰਬਸ, ਕਈ ਵਾਰ ਉਹ 'ਚ ਜਿਹੜੇ ਵਰਬਸ ਹੁੰਦੇ ਹਨ, ਠੀਕ ਹੈ, ਉਹਨਾਂ ਤੋਂ ਬਾਅਦ ਨਾਲ ਹੀ ਇਹ ਜੈਰੈਂਡਸ ਆ ਜਾਂਦੇ ਹਨ ਤੇ ਕਈ ਵਾਰ ਉਹ ਨਾਊਨ ਕੰਪਾਊਂਡਸ ਦੇ ਵਿੱਚ ਵਰਤੇ ਜਾਂਦੇ ਹਨ। ਰੀਡ ਦਾ ਫੋਲੋਇੰਗ ਸੈਂਟੈਂਸਿਸ। ਆ ਹੁਣ ਆਪਾਂ ਸੈਂਟੈਂਸਿਸ ਨੂੰ ਪੜ੍ਹਦੇ ਹਾਂ, ਸਾਨੂੰ ਆਪਣੇ ਆਪ ਹੀ ਸਮਝ ਆਉਣ ਲੱਗ ਜਾਏਗੀ, ਕੋਈ ਇੰਨਾ ਔਖਾ ਇਹ ਨਹੀਂ ਹੈ। ਸਵੀਮਿੰਗ ਇਜ਼ ਅ ਗੁੱਡ ਐਕਸਰਸਾਈਜ਼। ਹੁਣ ਸਵੀਮਿੰਗ ਹੈ ਨਾ, ਤੈਰਨਾ ਇੱਕ ਅੱਛੀ ਕਸਰਤ ਹੈ। ਸਵੀਮਿੰਗ ਨਾਊਨ ਹੋ ਗਿਆ ਤੇ ਇਸ ਨੂੰ ਆਪਾਂ ਜੈਰੈਂਡ ਫਾਰਮ ਕਵਾਂਗੇ। ਦਾ ਵਰਡ ਸਵੀਮਿੰਗ ਇਜ਼ ਫਾਰਮਡ ਫਰੋਮ ਦਾ ਵਰਬ ਸਵਿੰਗ ਬਾਈ ਐਡਿੰਗ ing to it. It therefore appears to be a verb. ਠੀਕ ਹੈ, ਸਿੰਪਲ ਹੈ ਕਿ ਸਵਿਮ ਦੇ ਨਾਲ ing ਲੱਗ ਗਿਆ ਤੇ ਇਹ ਵਰਬ ਇੱਥੇ ਸਬਜੈਕਟ ਦੀ ਤਰ੍ਹਾਂ ਯੂਜ਼ ਹੋਇਆ ਹੈ, ਪਰ ਇਹ ਨਾਊਨ ਹੈ। ਠੀਕ ਹੈ, ਦਾ ਵਰਡ ਸਵਿਮਿੰਗ ਇਜ਼ ਦਾ ਨੇਮ ਆਫ ਐਨ ਐਕਸ਼ਨ। ਸੋ ਕੋਈ ਕੰਮ ਕੀਤਾ ਤੁਸੀਂ, ਉਸ ਕੰਮ ਨੂੰ ਅਸੀਂ ਇੱਕ ਨਾਮ ਦੇਤਾ ਕਿ ਸਵਿਮਿੰਗ। ਠੀਕ ਹੈ, ਐਂਡ ਇਜ਼ ਆਲਸੋ ਦਾ ਸਬਜੈਕਟ ਆਫ ਦਾ ਸੈਂਟੈਂਸ, ਕਿ ਇਸ ਸੈਂਟੈਂਸ ਵਿੱਚ ਉਹ ਸਬਜੈਕਟ ਹੈ, ਭਾਵ ਕੰਮ ਕਰਨ ਵਾਲਾ ਵੀ ਹੈ। ਕੰਮ ਕਰਨ ਵਾਲਾ ਭਾਵ ਕਿ ਉਹਦੇ ਲਈ ਹੀ ਇਹ ਸਾਰੀ ਗੱਲ ਹੋ ਰਹੀ ਹੈ। ਹੈਂਸ ਇਟ ਡਜ਼ ਦਾ ਵਰਕ ਆਫ ਅ ਨਾਊਨ, ਇਸ ਕਰਕੇ ਇਹ ਨਾਊਨ ਦਾ ਕੰਮ ਇੱਥੇ ਕਰਦਾ ਹੈ। ਦਾ ਵਰਡ ਸਵਿਮਿੰਗ ਇਜ਼ ਲਾਈਕ ਅ ਵਰਬ ਐਜ਼ ਵੈਲ ਐਜ਼ ਅ ਨਾਊਨ। ਸੋ ਜਿਹੜਾ ਸਵਿਮਿੰਗ ਵਰਡ ਹੈ ਉਹ ਨਾਊਨ ਦੀ ਤਰ੍ਹਾਂ ਵੀ ਵਰਤਿਆ ਜਾਂਦਾ ਹੈ ਤੇ ਇੱਕ ਵਰਬ ਵੀ ਹੈ। ਇਟ ਇਜ਼ ਦੇਅਰਫੋਰ ਅ ਵਰਬ ਨਾਊਨ ਐਂਡ ਇਜ਼ ਕਾਲਡ ਅ ਜੈਰੈਂਡ। ਸੋ ਇਸ ਕਰਕੇ ਜਿਹੜਾ ਵਰਬ ਨਾਊਨ ਵੀ ਹੋਵੇ ਉਹਨੂੰ ਆਪਾਂ ਜੈਰੈਂਡ ਕਹਿੰਦੇ ਹਾਂ। ਠੀਕ ਹੈ ਜੀ। ਨੋਟ, the form of the gerunds and of the present participles are identical. Identical ਹੁੰਦੇ ਨੇ ਇੱਕੋ ਜਿਹੇ, ਕਿ gerunds ਅਤੇ present participles, ਠੀਕ ਹੈ, ਜਿਹਦੇ 'ਚ present plus ing ਲੱਗਿਆ ਹੁੰਦਾ ਹੈ, ਇਹ identical ਹੁੰਦੇ ਨੇ, ਇੱਕੋ ਜਿਹੇ ਲੱਗਦੇ ਨੇ। However, gerunds are verbal nouns and participles are verbal adjectives. ਤੇ ਬੇਸਿਕ ਫਰਕ ਕੀ ਹੈ ਕਿ ਜਿਹੜੇ gerunds ਹੁੰਦੇ ਨੇ ਉਹ verbal noun ਹੁੰਦੇ ਨੇ ਤੇ ਜਿਹੜੇ participles ਹੁੰਦੇ ਨੇ ਉਹ verbal adjectives ਹੁੰਦੇ ਨੇ, ਭਾਵ ਉਹ ਕਿਸੇ ਦੇ ਵਿਸ਼ੇਸ਼ਤਾ ਦੱਸ ਰਹੇ ਹੁੰਦੇ ਹਨ ਤੇ gerunds ਵਿੱਚ ਉਸ ਕੰਮ ਨੂੰ ਅਸੀਂ ਇੱਕ ਨਾਮ ਦਿੱਤਾ ਹੁੰਦਾ ਹੈ। ਠੀਕ। Examples, he is fond of riding, ਯਾਨੀ ਉਸਨੂੰ ਸਵਾਰੀ ਦਾ ਸ਼ੌਂਕ ਹੈ, ਘੋੜਸਵਾਰੀ ਵੀ ਹੋ ਸਕਦਾ। ਠੀਕ ਹੈ, ਸੋ ਇਹ gerund ਹੋ ਗਿਆ, ਇੱਕ ਕੰਮ ਨੂੰ, ਰਾਈਡ ਨੂੰ, ਹੈ ਨਾ, ਸਵਾਰੀ ਕਰਨ ਦੀ ਕਿਰਿਆ ਨੂੰ ਅਸੀਂ ਇੱਕ ਨਾਮ ਦਿੱਤਾ, ਸਵਾਰੀ ਕਰਨਾ, ਰਾਈਡਿੰਗ। ਠੀਕ। ਤੇ ਰਾਈਡਿੰਗ ਅਲੋਂਗ ਦ ਰੋਡ ਹੀ ਸੌ ਅ ਪੋਰਕੂਪੀਨ। ਪੋਰਕੂਪੀਨ ਇੱਕ ਜਾਨਵਰ ਹੁੰਦਾ ਕਿ ਜਦੋਂ ਉਹ ਸੜਕ ਦੇ ਨਾਲ ਨਾਲ ਰਾਈਡ ਕਰ ਰਿਹਾ ਸੀ ਤਾਂ ਉਸਨੇ ਇੱਕ ਪੋਰਕੂਪਾਈਨ ਦੇਖਿਆ। ਯੂਜ਼ ਆਫ ਅ ਜੈਰੈਂਡ। ਹੁਣ ਜੈਰੈਂਡ ਨੂੰ ਯੂਜ਼ ਕਿੱਦਾਂ ਕਰਨਾ? ਐਜ਼ ਆਲਰੇਡੀ ਮੈਂਸ਼ਨਡ ਅਬਵ, ਅ ਜੈਰੈਂਡ ਕੈਨ ਬੀ ਯੂਜ਼ਡ ਐਜ਼, ਕਿ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਇੱਕ ਜੈਰੈਂਡ ਯੂਜ਼ ਹੋ ਸਕਦਾ ਕਿਸ ਤਰ੍ਹਾਂ? ਏ ਦਾ ਸਬਜੈਕਟ ਆਫ ਅ ਵਰਬ, ਕਿ ਉਹ ਕਿਸੇ ਵਰਬ ਦੇ ਸਬਜੈਕਟ ਦੀ ਤਰ੍ਹਾਂ ਵੀ ਯੂਜ਼ ਹੋ ਸਕਦਾ ਹੈ, ਜਿੱਦਾਂ ਸੀਇੰਗ ਇਜ਼ ਬਿਲੀਵਿੰਗ, ਕਿ ਦੇਖ ਕੇ ਹੀ ਵਿਸ਼ਵਾਸ ਹੁੰਦਾ ਹੈ। ਕਲੈਕਟਿੰਗ ਸਟੈਂਪ ਇਜ਼ ਹਿਜ਼ ਹੌਬੀ, ਸੋ ਕਲੈਕਟਿੰਗ ਜੈਰੈਂਡ। ਠੀਕ ਹੈ, ਸੋ ਜੇ ਕੋਈ ਹੋਰ ਚੀਜ਼ ਨਹੀਂ ਸਮਝ ਆਉਂਦੀ ਤਾਂ ਮੋਟੀ ਗੱਲ ਇਹ ਸਮਝਣੀ ਹੈ ਕਿ ing ਲੱਗਿਆ ਜੈਰੈਂਡ, ਟੂ ਨਹੀਂ ਲੱਗਿਆ ਬੇਅਰ ਇਨਫਿਨਿਟਿਵ, ਟੂ ਲੱਗਿਆ ਟੂ ਇਨਫਿਨਿਟਿਵ। ਓਕੇ। B as the object of a transitive verb, ਸੋ ਜਿਸ ਤਰ੍ਹਾਂ ਹੈ I enjoy, ਮੈਂ enjoy ਕਰਦਾ ਹਾਂ, ਸੋ ਇਹ ਕੀ ਹੋ ਗਿਆ? transitive verb, ਕਿ ਮੈਂ ਕੀ enjoy ਕਰਦਾ ਹਾਂ। ਠੀਕ ਹੈ, ਸੋ ਜਦੋਂ ਕਿਸੇ verb ਦਾ meaning ਅਗਲੇ words ਵਿੱਚ transfer ਹੁੰਦਾ ਹੋਵੇ ਤੇ ਤਾਂ ਸਾਨੂੰ ਉਸ verb ਦੀ ਸਮਝ ਆਉਂਦੀ ਹੋਵੇ ਤਾਂ ਉਦੋਂ ਉਹ verb ਕੀ ਹੋ ਜਾਂਦਾ? transitive verb, ਭਾਵ ਸਕਰਮਕ ਕਿਰਿਆ। So I enjoy reading poetry. So ਇੱਥੇ reading ਕੀ ਹੈ? gerund. I like watching the stars at night. Watching ਕੀ ਹੈ? gerund. As object of a preposition, ਹੁਣ ਇੱਥੇ preposition ਲੱਗਿਆ ਹੋਵੇ ਤੇ preposition ਤੋਂ ਬਾਅਦ ਜਿਹੜਾ object ਹੋਵੇ ਉਹ ਵੀ ਕੀ ਹੁੰਦਾ? gerund. ਜਿਵੇਂ she is fond of dancing. So dancing ਕੀ ਹੈ? gerund. She was punished for telling a lie. ਸੋ for ਕੀ ਹੈ? preposition ਤੇ for ਤੋਂ ਬਾਅਦ ਕੀ ਲੱਗਿਆ? gerund, ਯਾਨੀ telling a lie, ਉਸ ਨੂੰ ਝੂਠ ਬੋਲਣ ਦੀ ਸਜ਼ਾ ਦਿੱਤੀ ਗਈ ਸੀ। D, after certain verbs the gerund is used after verbs such as given below. ਹੇਠਾਂ ਦਿੱਤੇ ਵੀ ਜੋ verb ਹਨ ਉਹਨਾਂ ਦੇ ਮਗਰ ਵੀ gerund ਦੀ ਵਰਤੋਂ ਹੁੰਦੀ ਹੈ, ਜਿੱਦਾਂ admit, avoid, consider, death,
differ, delay, deny, detest, dread, enjoy, excuse, fancy, finish, forgive, imagine, invoke, keep, miss, pardon, postpone, prevent, recollect, resend, risk, stop, suggest, understand, etc. ਸੋ ਇੱਕ ਚੀਜ਼ ਬਾਰ-ਬਾਰ ਮੇਰੇ ਦਿਮਾਗ 'ਚ ਆ ਰਹੀ ਕਿ ਮੈਂ ਤੁਹਾਨੂੰ ਕਹੀ ਜਾਵਾਂ, ਉਹ ਇਹ ਕਿ ਕਨਫਿਊਜ਼ ਨਹੀਂ ਹੋਣਾ, ਜਿਹਦੇ ਮਗਰ ING ਲੱਗਿਆ ਉਹ ਜੈਰੈਂਡ ਹੈ। ਪੇਪਰ 'ਚ ਇਸ ਤੋਂ ਜ਼ਿਆਦਾ ਕੁਛ ਨਹੀਂ ਆਣਾ। ਐਗਜ਼ਾਮਪਲਸ, ਹੀ ਸਟੋਪਡ ਰਾਈਟਿੰਗ ਐਜ਼ ਆਈ ਐਂਟਰਡ ਦ ਰੂਮ, ਉਸਨੇ ਲਿਖਣਾ ਬੰਦ ਕਰਤਾ ਜਦੋਂ ਮੈਂ ਕਮਰੇ ਵਿੱਚ ਦਾਖਲ ਹੋਇਆ। ਕਿਹੜਾ ਜੈਰੈਂਡ? ਰਾਈਟਿੰਗ, ਵੈਰੀ ਗੁੱਡ। ਸੈਕਿੰਡ, please pardon my saying so, gerund keda, saying. C, I enjoy watching this game, gerund, watching. Okay ji। Activity 9, pick out gerunds in the following sentences। Simple, ਆਪਾਂ ਹੁਣ sentences ਨਹੀਂ ਪੜਾਂਗੇ ਕਿਉਂਕਿ already ਵੀਡੀਓ ਕਾਫੀ ਲੰਬੀ ਹੋ ਗਈ। ਸੋ gerund ਪਿਕ ਕਰਦੇ ਹਾਂ ਜਿਨ੍ਹਾਂ ਨਾਲ ING ਲੱਗਿਆ, ਸਭ gerund ਹਨ, ਠੀਕ ਹੈ। ਸੋ ਉੱਥੇ ਆਪਾਂ ਟਿਕ ਕਰੀ ਜਾਵਾਂਗੇ, swimming, sleeping, gossiping, waiting, walking, spelling, boating, cooking, dancing, ठीक है। fill in the blanks with the correct gerund or infinitive form। ਹੁਣ ਇੱਥੇ ਦੋ ਚੀਜ਼ਾਂ ਭਰਨੀਆਂ, ਇੱਕ ਤਾਂ correct gerund ਭਾਵ ਜੇ ING ਲੱਗਣਾ ਤੇ ਉਹ ਭਰ ਦੇਣਾ, ਜਾਂ infinitive form ਭਰਨਾ ਭਾਵ bare infinitive ਵੀ ਹੋ ਸਕਦਾ ਤੇ to infinitive ਵੀ ਹੋ ਸਕਦਾ, ਉਹ ਆਪਾਂ ਨੀਚੇ ਭਰਨਾ ਹੈ। start, he agreed to help me. Suresh enjoys playing football. We failed to catch the train. They decided to work hard. She loves to music. F, I am learning how to drive. The class wanted to go for a picnic. He urged us to work faster. She loves reading books. I am looking forward to meet you. Next, activity 10. You will listen carefully to your teacher. Your teacher will read a passage slowly. Write in your notebook what you hear. Do not make spelling mistakes and put appropriate punctuation marks such as comma, question mark or full stop where needed। ठीक, ਤੁਹਾਡੇ ਟੀਚਰ ਤੁਹਾਨੂੰ पेज नंबर 166 ਤੇ ਇੱਕ ਡਿਕਟੇਸ਼ਨ ਲਿਖੀ ਹੋਏਗੀ, ਉਹ ਬੋਲ ਕੇ ਸੁਣਾਣਗੇ ਤੇ ਤੁਸੀਂ ਉਹ ਡਿਕਟੇਸ਼ਨ ਐਜ਼ ਇਟ ਇਜ਼ ਹੀ ਆਪਣੀਆਂ ਨੋਟਬੁੱਕਸ ਤੇ ਲਿਖਣ ਦੀ ਕੋਸ਼ਿਸ਼ ਕਰਨੀ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਸਪੈਲਿੰਗ ਮਿਸਟੇਕਸ ਨਾ ਹੋਣ, ਠੀਕ ਹੈ। ਉਸ ਤੋਂ ਬਾਅਦ ਉਹ ਚੀਜ਼ ਤੁਸੀਂ ਆਪਣੇ ਟੀਚਰ ਕੋਲੋਂ ਚੈੱਕ ਕਰਾ ਲੈਣੀ ਹੈ, ਠੀਕ। ਸੋ ਇਹ ਐਕਟੀਵਿਟੀ ਤੁਸੀਂ ਆਪ ਕਰਨੀ ਹੈ, ਇਹ ਮੈਂ ਤੁਹਾਨੂੰ ਇੱਥੇ ਨਹੀਂ ਕਰਾ ਪਾਵਾਂਗਾ। Learning to speak activity 11. Look at the pictures given below। ਹੇਠਾਂ ਦਿੱਤੀਆਂ ਤਸਵੀਰਾਂ ਨੂੰ ਦੇਖੋ। There are 8 differences। ਸੋ ਦੋਨੋਂ ਪਿਕਚਰਸ ਦੇ ਵਿੱਚ 8 ਅੰਤਰ ਹਨ। Do this activity with your partner। ਹੁਣ ਤੁਸੀਂ ਦੋ ਜਣਿਆਂ ਨੇ ਬੈਠ ਜਾਣਾ ਤੇ ਤੁਸੀਂ ਜਿਹੜੇ 8 ਡਿਫਰੈਂਸਿਸ ਹੈ ਉਹ ਫਾਈਂਡ ਆਊਟ ਕਰਨੇ ਹਨ। While identifying the differences, ਜਦੋਂ ਤੁਸੀਂ ਉਹਨਾਂ ਅੰਤਰਾਂ ਨੂੰ ਆਈਡੈਂਟੀਫਾਈ ਪਹਿਚਾਣ ਰਹੇ ਹੋਵੋਗੇ, you will must speak in English only। ਤਾਂ ਉਦੋਂ ਤੁਸੀਂ ਸਿਰਫ ਤੇ ਸਿਰਫ ਇੰਗਲਿਸ਼ ਵਿੱਚ ਹੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਮੈਂ ਤੁਹਾਡਾ ਮਜ਼ਾਕ ਕਿਰਕਿਰਾ ਨਹੀਂ ਕਰਨਾ ਚਾਹੁੰਦਾ, ਮੈਂ ਨਹੀਂ ਦੱਸਣਾ ਚਾਹੁੰਦਾ ਕਿ 8 ਡਿਫਰੈਂਸਿਸ ਕਿਹੜੇ ਹਨ। ਤੁਸੀਂ ਆਪ ਇਸ ਨੂੰ ਫਾਈਂਡ ਆਊਟ ਕਰੋ ਤੇ ਆਪਣੇ ਪਾਰਟਨਰ ਦੇ ਨਾਲ ਇਹ ਗੇਮ ਖੇਡ ਕੇ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਤੁਸੀਂ ਇਹ ਸੈਂਟੈਂਸ ਤਾਂ ਬੋਲ ਹੀ ਸਕਦੇ ਹੋ ਕਿ I can see a difference here। ਓਕੇ, ਜਿੱਦਾਂ ਇੱਥੇ ਲਿਖਿਆ ਹੋਇਆ। ਨੈਕਸਟ ਹੈ ਲਰਨਿੰਗ ਟੂ ਰਾਈਟ। Given below is an application written to the principal of a school asking for exemption from examination। Read it carefully and also look at its format। ਹੁਣ ਨੀਚੇ ਇੱਕ ਐਪਲੀਕੇਸ਼ਨ ਲਿਖੀ ਹੋਈ ਹੈ ਜੋ ਕਿ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਲਿਖਣੀ ਹੈ, ਜਿਹਦੇ ਵਿੱਚ ਆਪਣੇ ਪ੍ਰਿੰਸੀਪਲ ਮੈਡਮ ਸਰ ਤੋਂ ਤੁਸੀਂ ਆਗਿਆ ਲੈਣੀ ਹੈ ਕਿ ਤੁਹਾਨੂੰ ਐਗਜ਼ਾਮਸ ਤੋਂ ਛੋਟ ਦਿੱਤੀ ਜਾਵੇ ਕਿ ਤੁਹਾਡੇ ਕੋਈ ਮੈਰਿਜ ਆ ਗਈ ਹੈ ਜਾਂ ਕੋਈ ਵੀ ਜ਼ਰੂਰੀ ਕੰਮ ਆ ਗਿਆ ਹੈ। ਸੋ ਆਪਾਂ ਦੇਖਦੇ ਹਾਂ ਕਿ ਇਹਨਾਂ ਨੇ ਕਿਸ ਤਰ੍ਹਾਂ ਲਿਖਿਆ ਹੋਇਆ ਹੈ। ਲੈਟਸ ਸਟਾਰਟ। ਦ ਪ੍ਰਿੰਸੀਪਲ, ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਜਲੰਧਰ। ਸਰ, I am a student of class 8th A of your school. Our bi-monthly exams are starting from November 1, 2021। ਕਿ ਮੈਂ 8ਵੀਂ A ਦੀ ਵਿਦਿਆਰਥਣ ਹਾਂ ਕਿ ਜਿਹੜੇ bi-monthly exams ਹੁੰਦੇ ਹਨ ਉਹ ਨਵੰਬਰ 1, 2021 ਤੋਂ ਸ਼ੁਰੂ ਹੋ ਰਹੇ ਹਨ। Sir, I always stand first in all the exams। ਮੈਂ
ਆਪਣੇ ਸਾਰੇ ਐਗਜ਼ਾਮਸ ਦੇ ਵਿੱਚੋਂ ਫਸਟ ਆਂਦੀ ਹਾਂ। ਮਾਈ ਸਿਸਟਰਸ ਵੈਡਿੰਗ ਇਜ਼ ਫਾਲਿੰਗ ਔਨ ਨਵੰਬਰ 5 2021। ਮੇਰੇ ਸਿਸਟਰ ਦੀ ਮੈਰਿਜ 5 ਨਵੰਬਰ 2021 ਨੂੰ ਹੋ ਰਹੀ ਹੈ। ਐਜ਼ ਆਈ ਐਮ ਦਾ ਓਨਲੀ ਹੈਲਪਿੰਗ ਹੈਂਡ ਆਫ ਮਾਈ ਫਾਦਰ, ਕਿ ਮੈਂ ਆਪਣੇ ਪਿਤਾ ਜੀ ਦੀ ਇੱਕੋ ਇੱਕ ਮਦਦ ਕਰਨ ਵਾਲੀ ਹਾਂ ਘਰ ਵਿੱਚ, ਹੋਰ ਕੋਈ ਨਹੀਂ ਹੈ। ਆਈ ਕਾਂਟ ਟੇਕ ਦ ਐਗਜ਼ਾਮ ਦਿਸ ਟਾਈਮ, ਤਾਂ ਇਸ ਕਰਕੇ ਮੈਂ ਇਸ ਵਾਰੀ ਐਗਜ਼ਾਮ ਨਹੀਂ ਦੇ ਸਕਦਾ। This time I request you to exempt me from the examination। ਇਸ ਵਾਰੀ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਪੇਪਰਾਂ ਤੋਂ ਛੋਟ ਦਿੱਤੀ ਜਾਏ। I shall be very thankful to you। ਮੈਂ ਤੁਹਾਡਾ ਧੰਨਵਾਦੀ ਹੋਵਾਂਗੀ। Thanking you, yours obediently। ਅੱਗੇ ਆਪਣਾ ਨਾਮ ਲਿਖ ਦੇਣਾ, ਰੋਲ ਨੰਬਰ ਲਿਖ ਦੇਣਾ, ਠੀਕ ਹੈ, ਤੇ ਡੇਟ ਪਾ ਦੇਣੀ। Activity 12, write an application to your principal asking for a school leaving certificate in the space given below। You must write your reason for leaving the school, when you will leave the school, where you will take admission after leaving the school। ਠੀਕ ਹੈ, ਸੋ ਇਸ ਲੈਟਰ ਲਈ ਮੈਂ ਇੱਕ ਅਲੱਗ ਵੀਡੀਓ ਬਣਾ ਦਾਂਗਾ, ਤੁਸੀਂ ਉੱਥੋਂ ਦੇਖ ਕੇ ਵੀ ਕਰ ਸਕਦੇ ਹੋ। Activity 13, read the 4 conversations given below and fill in the blanks using the words and phrases given in the table। ਹੁਣ ਨੀਚੇ 4 ਤਰ੍ਹਾਂ ਦੀ ਕਨਵਰਸੇਸ਼ਨ ਭਾਵ ਗੱਲਬਾਤ ਲਿਖੀ ਹੋਈ ਹੈ। ਤੁਸੀਂ ਜਿਹੜੇ ਨੀਚੇ ਬਾਕਸ ਬਣੇ ਹੋਏ ਹਨ, ਇਹਨਾਂ ਵਿੱਚੋਂ ਕੁਝ ਐਪਰੋਪਰੀਏਟ ਵਰਡਸ ਚੱਕ ਕੇ ਇਹਨਾਂ ਦੇ ਵਿੱਚ ਫਿਲ ਕਰਨੇ ਹਨ ਤਾਂ ਕਿ ਕਨਵਰਸੇਸ਼ਨ ਮੀਨਿੰਗਫੁਲ ਬਣ ਜਾਵੇ। ਸਟਾਰਟ। ਕਨਵਰਸੇਸ਼ਨ 1, ਰਾਘਵ, ਯਾ ਭਾਵ ਕਿਸੇ ਨੇ ਫੋਨ ਚੱਕਿਆ ਤੇ ਉਹ ਪੁੱਛ ਰਿਹਾ, ਹਾਂਜੀ ਦੱਸੋ। ਗੁਰਤੇਜ, ਹੈਲੋ, could you turn the music down please, it's 1 o'clock and I'm trying to sleep। Raghav, oh sorry, is that okay? Yes, thanks, perhaps I can get some sleep now, good night। ਹੁਣ conversation second, I'm sorry dash leave early today। so ਇੱਥੇ ਕੀ ਹੋਗਾ, I'm sorry, is it okay if I leave early today? ਕਿ ਤੈਨੂੰ ਬੁਰਾ ਤਾਂ ਨਹੀਂ ਲੱਗੇਗਾ ਜੇ ਮੈਂ ਅੱਜ ਜਲਦੀ ਚਲੇ ਜਾਵਾਂ। ਆਈ ਗੋਇੰਗ ਟੂ ਮੇਕ ਮਾਈ ਡੌਗ ਟੂ ਸੀ ਦ ਵੈਟ। ਮੈਂ ਆਪਣੇ ਕੁੱਤੇ ਨੂੰ ਜਾਨਵਰਾਂ ਦੇ ਡਾਕਟਰ ਨੂੰ ਦਿਖਾਉਣ ਜਾਣਾ ਹੈ। ਠੀਕ, ਸੋ ਅੱਗੇ ਪਲਕ ਕੀ ਕਹਿੰਦੀ ਹੈ, ਯੂ ਆਰ ਗੋਇੰਗ ਟੂ ਟੇਕ ਯੂਰ ਡੌਗ ਟੂ ਦ ਵੈਟ, ਵਾਟਸ ਦ ਮੈਟਰ ਵਿਦ ਹਿਮ। ਤੂੰ ਡਾਕਟਰ ਕੋਲ ਲੈ ਕੇ ਜਾ ਰਿਹਾ ਕੁੱਤੇ ਨੂੰ, ਉਸਨੂੰ ਹੋਇਆ ਕਿ ਜਪਤੇਜ ਕੀ ਕਹਿੰਦਾ, ਆਈ ਡੋਂਟ ਨੋ, ਦੈਟਸ ਵਾਈ ਆਈ ਐਮ ਗੋਇੰਗ ਟੂ ਟੇਕ ਹਿਮ ਟੂ ਦ ਵੈਟਸ, ਕਿ ਮੈਨੂੰ ਨਹੀਂ ਪਤਾ ਇਸ ਕਰਕੇ ਮੈਂ ਵੈਟਸ ਕੋਲ ਭਾਵ ਜਾਨਵਰਾਂ ਦੇ ਡਾਕਟਰ ਕੋਲ ਲੈ ਕੇ ਜਾ ਰਿਹਾ ਹਾਂ। ਪਲਕ, ਓ ਆਈ ਸੀ, ਸ਼ੋਰ, ਗੋ ਅਹੈਡ, ਥੈਂਕਸ ਫॉर ਟੈਲਿੰਗ ਮੀ। ਕਨਵਰਸੇਸ਼ਨ 3, ਸ਼ੀਨਮ, ਦਿਵਿਅਮ, ਡੂ ਯੂ ਹੈਵ ਯੂਰ ਮੋਬਾਈਲ ਫੋਨ ਵਿਦ ਯੂ, ਕਿ ਦਿਵਿਅਮ ਕੀ ਤੇਰੇ ਕੋਲ ਮੋਬਾਈਲ ਫੋਨ ਹੈ। ਦਿਵਿਅਮ, ਯੈਸ, ਵਾਈ, ਪਰ ਤੂੰ ਕਿਉਂ ਪੁੱਛ ਰਹੀ ਹੈ, ਹੈਗਾ ਮੇਰੇ ਕੋਲ। ਸ਼ੀਨਮ, ਡੈਸ਼ ਇਟ ਪਲੀਜ਼, ਕੈਨ ਆਈ ਬੋਰੋ ਇਟ ਪਲੀਜ਼, ਕੀ ਹੈ ਮੈਂ ਲੈ ਸਕਦੀ ਹਾਂ। ਆਈ ਨੀਡ ਟੂ ਮੇਕ ਅ ਕੁਇਕ ਕਾਲ ਟੂ ਮਾਈ ਮਦਰ, ਮੈਂ ਫਟਾਫਟ ਇੱਕ ਮੰਮੀ ਨੂੰ ਕਾਲ ਕਰਨੀ ਹੈ। ਦਿਵਿਅਮ, ਓਕੇ ਹੇਅਰ ਯੂ ਆ, ਤੂੰ ਇਹ ਲੈ ਲੈ। ਕਨਵਰਸੇਸ਼ਨ 4, ਜੋਤੀ, ਡੈਸ਼ ਚੇਂਜ ਸੀਟਸ, ਡੂ ਯੂ ਮਾਈਂਡ ਇਫ ਆਈ ਚੇਂਜ ਸੀਟਸ। रजनीश, yes, all right, क्योंकि अगे क्वेश्चन मार्क है इस करके इत्थे क्वेश्चन मार्क लाएगा। व्हाट्स द प्रॉब्लम, पर तैनूं प्रॉब्लम की है। ज्योति कहती है आई कांट सी बिकॉज ऑफ द सन, क्योंकि मैं देख नहीं सकती क्योंकि धुप है। रजनीश, ओके देन व्हाई डोंट यू सिट देयर नेक्स्ट टू पीयूष, कि तू उत्थे क्यों नहीं बैठती पीयूष तो अगली जगह ते। Activity 14, given below are some polite requests with equally polite responses, match the questions in column A with the correct responses in column B। so कुछ polite requests है ਤੇ ਉਹਦੇ ਜਵਾਬ ਵਿੱਚ ਕੁਝ polite responses ਹੈ, ਉਹ column B ਚ ਲਿਖੇ ਹੋਏ ਹਨ। ਠੀਕ ਹੈ, ਸੋ ਆਪਾਂ ਜੋ polite request ਕੀਤੀ ਗਈ ਹੈ column A ਵਿੱਚ, ਉਹਦਾ ਜਵਾਬ column B ਚੋਂ ਲੱਭ ਕੇ ਉਹਨੂੰ ਮਿਲਾਨ ਕਰਨਾ ਹੈ, ਮੈਚ ਕਰਨਾ ਹੈ। Can I have a glass of juice? ਸੋ ਇਹ ਮੈਚ ਹੋਏਗਾ 6 ਨਾਲ। of course there are some in the fridge, ਕਿ ਕੁਝ ਜੂਸ ਫ੍ਰਿਜ 'ਚ ਪਿਆ ਹੈ। Second, is it all right if I make the phone call, ਕਿ ਇਹ ਠੀਕ ਰਹੇਗਾ ਜੇ ਮੈਂ ਫੋਨ ਕਾਲ ਕਰ ਲਵਾਂ। ਤੇ ਇਹ ਥਰਡ ਨਾਲ ਮੇਲ ਹੋਏਗਾ, well okay if it's a local call, ਕਿ ਠੀਕ ਹੈ ਜੇ ਇਹ ਲੋਕਲ ਕਾਲ ਹੀ ਤੁਸੀਂ ਕਰਨੀ ਹੈ। Third, could you say that again please, ਕਿ ਤੂੰ ਇਹ ਦੁਬਾਰਾ ਦੱਸ ਸਕਦਾ ਹੈ। ਤੇ ਉਹਨੇ ਅੱਗੋਂ ਫਿਰ ਕੀ ਕਿਹਾ, that some friends were coming over, ਕਿ ਕੁਝ ਫਰੈਂਡਸ ਆ ਰਹੇ ਹਨ। Fourth, can I speak to you for a moment, ਤੇ ਜਵਾਬ ਕੀ ਆਏਗਾ, ਫਸਟ, yes of course। Fifth, do you mind if I look at your books, ਕਿ ਤੈਨੂੰ ਬੁਰਾ ਤਾਂ ਨਹੀਂ ਲੱਗੇਗਾ ਜੇ ਮੈਂ ਤੇਰੀਆਂ ਕਿਤਾਬਾਂ ਨੂੰ ਦੇਖਾਂ। ਤੇ ਮੈਚ ਹੋਏਗਾ 7th ਦੇ ਨਾਲ, you can borrow some if you want, ਵੀ ਤੂੰ ਇਸ ਨੂੰ ਬੋਰੋ ਵੀ ਕਰ ਸਕਦਾ, ਲੈ ਵੀ ਸਕਦਾ ਜੇ ਤੂੰ ਚਾਹੁੰਦਾ ਹੈ।
6th, is it okay if I miss the class tomorrow? ਕਿ ਇਹ ਠੀਕ ਰਹੇਗਾ ਜੇ ਮੈਂ ਕੱਲ ਦੀ ਕਲਾਸ ਮਿਸ ਕਰ ਦੇਵਾਂ? ਤੇ ਇਹ ਹੋਏਗਾ 5th ਨਾਲ, well not really, ਇਹ ਇੰਨਾ ਅੱਛਾ ਨਹੀਂ ਰਹੇਗਾ, why can't you come? ਤੂੰ ਕਿਉਂ ਨਹੀਂ ਆ ਸਕਦਾ? 7th, could you move a little please? ਕਿ ਤੂੰ ਥੋੜਾ ਜਿਹਾ ਹੋਰ ਅੱਗੇ ਸਰਕੇਗਾ ਕਿ ਮੈਂ ਬੈਠਣਾ ਹੈ? ਤੇ ਇਹ ਮਿਲੇਗਾ 8th ਨਾਲ, yes sorry I didn't realize you wanted to sit down, ਕਿ ਹਾਂ ਮਾਫ ਕਰਨਾ ਮੈਨੂੰ ਪਤਾ ਨਹੀਂ ਚੱਲਿਆ ਕਿ ਤੁਸੀਂ ਬੈਠਣਾ ਚਾਹੁੰਦੇ ਸੀ। 8th, do you mind if I turn the TV up? ਕਿ ਤੁਸੀਂ ਮਾਈਂਡ ਤਾਂ ਨਹੀਂ ਕਰੋਗੇ ਜੇ ਮੈਂ ਟੀਵੀ ਚਲਾ ਦੇਵਾਂ ਉੱਚੀ ਆਵਾਜ਼ ਵਿੱਚ? ਸੋ ਇਹ 4th ਨਾਲ ਹੋਏਗਾ, assure the remote is on the table, ਕਿ ਰਿਮੋਟ ਜਿਹੜਾ ਹੈ ਟੇਬਲ ਉੱਤੇ ਪਿਆ ਹੈ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ। ਇਹ ਦੋ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ, ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਇਹ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।